ਅੱਜ ਗੱਲ ਐਸਓਪੀ ਬਾਰੇ ਕਰਾਂਗੇ ਕਿਵੇਂ ਇੱਕ ਰਿਸਰਚ ਬੇਸਡ ਐਸਓਪੀ ਜਿਹੜੀ ਲਿਖੀ ਜਾਂਦੀ ਹੈ। ਬਟ ਉਸ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਜਾਣਾਂਗੇ ਐਸਓਪੀ ਦਾ ਐਕਚੁਅਲ ਪਰਪਸ ਕੀ ਆ। ਸਟੇਟਮੈਂਟ ਆਫ ਪਰਪਸ, ਜਦੋਂ ਤੁਸੀਂ ਵੀਜ਼ਾ ਐਪਲੀਕੇਸ਼ਨ ਅਪਲਾਈ ਕਰਦੇ ਹੋ ਉਸ ਦੇ ਵਿੱਚ 50% ਤੁਹਾਡੇ ਡਾਕੂਮੈਂਟ ਲੱਗਦੇ ਹਨ, 50% ਵੀਜ਼ਾ ਫਾਰਮਸ ਤੁਸੀਂ ਫਿਲ ਕਰਨੇ ਹੁੰਦੇ ਆ। ਡਾਕੂਮੈਂਟ ਐਜ਼ ਪਰ ਚੈੱਕਲਿਸਟ ਤੁਸੀਂ ਡਾਕੂਮੈਂਟ ਅਪਲੋਡ ਕਰਤੇ ਤੇ ਜਿਵੇਂ ਜਿਵੇਂ ਫਾਰਮ ਦੇ ਵਿੱਚ ਇਨਫੋਰਮੇਸ਼ਨ ਮੰਗੇਗੀ ਤੁਸੀਂ ਉਸ ਤਰੀਕੇ ਦੇ ਨਾਲ ਇਨਫੋਰਮੇਸ਼ਨ ਫਿਲ ਕਰ ਦਿੱਤੀ। ਬਟ ਉੱਥੇ ਕਦੇ ਵੀ ਤੁਹਾਡੇ ਕੋਲੇ ਆਪਸ਼ਨ ਨਹੀਂ ਹੁੰਦੀ ਵੀ ਤੁਸੀਂ ਕਿਉਂ ਕੈਨੇਡਾ ਜਾਣਾ ਚਾਹੁੰਦੇ ਹੋ, ਅੱਗੇ ਜਾ ਕੇ ਕੀ ਕਰੋਗੇ, ਜਾਂ ਕਿਉਂ ਇਹ ਕਾਲਜ, ਕਿਉਂ ਇਹ ਕੋਰਸ ਤੁਸੀਂ ਚੂਜ਼ ਕੀਤਾ। ਉਹ ਤੁਸੀਂ ਇੱਕ ਆਫੀਸਰ ਦੇ ਨਾਲ ਤੁਹਾਡਾ ਕਮਿਊਨੀਕੇਸ਼ਨ ਕਰਨ ਦਾ ਵੇ ਹੈ। ਤੁਸੀਂ ਆਪਣੇ ਥਾਟਸ ਵੀਜ਼ਾ ਆਫੀਸਰ ਨੂੰ ਦੱਸਣੇ ਆ ਤੇ ਉਸ ਦਾ ਇੱਕੋ ਇੱਕ ਤਰੀਕਾ ਹੈ, ਉਹ ਹੈ ਐਸਓਪੀ। ਹਾਲਾਂਕਿ ਕੈਨੇਡਾ ਸਟੱਡੀ ਵੀਜ਼ਾ ਦੀ ਜੋ ਆਫਲਾਈਨ ਐਪਲੀਕੇਸ਼ਨ ਦੀ ਚੈੱਕਲਿਸਟ ਆ ਉਹਦੇ ਵਿੱਚ ਤਾਂ ਫਿਰ ਵੀ ਮੈਂਸ਼ਨ ਆਉਂਦਾ ਵੀ ਲੈਟਰ ਆਫ ਐਕਸਪਲੇਨੇਸ਼ਨ ਤੁਸੀਂ ਲਾ ਸਕਦੇ ਹੋ। ਬਟ ਅੱਜ ਕੱਲ ਜ਼ਿਆਦਾਤਰ ਕੋਵਿਡ ਤੋਂ ਬਾਅਦ ਆਨਲਾਈਨ ਐਪਲੀਕੇਸ਼ਨ ਲੱਗਦੀ ਆ। ਆਨਲਾਈਨ ਐਪਲੀਕੇਸ਼ਨ ਦੇ ਵਿੱਚ ਕਿਤੇ ਵੀ ਐਸਓਪੀ ਅਪਲੋਡ ਕਰਨ ਦੀ ਕੋਈ ਚੈੱਕਲਿਸਟ ਨਹੀਂ ਬਣਦੀ। ਐਸਓਪੀ ਆਪਾਂ ਕਲਾਇੰਟ ਇਨਫੋ ਦੇ ਵਿੱਚ ਅਪਲੋਡ ਕਰਦੇ। ਹੁਣ ਐਸਓਪੀ ਕਈ ਵਾਰ ਬੱਚੇ ਐਸਓਪੀ ਦਾ ਐਕਚੁਅਲ ਮਤਲਬ ਭੁੱਲ ਕੇ ਐਸਓਪੀ ਦੇ ਵਿੱਚ ਜ਼ਿਆਦਾ ਵਕੈਬ ਯੂਜ਼ ਕਰਨ ਲੱਗ ਜਾਂਦੇ ਆ, ਜੋ ਕਿ ਬਹੁਤ ਗਲਤ ਹੁੰਦੀ ਆ। ਕਿਉਂ? ਜ਼ਿਆਦਾਤਰ ਬੱਚਿਆਂ ਦਾ ਰਾਈਟਿੰਗ ਦਾ ਸਕੋਰ ਅਗਰ 80-90% ਦੇਖੀਏ ਤਾਂ 6.0 ਜਾਂ 6.5 ਸਕੋਰ ਆ। ਸੋ ਬੱਚੇ ਐਸਓਪੀ ਲਿਖਣ ਵੇਲੇ ਕੀ ਕਰਦੇ ਆ, 50% ਐਸਓਪੀ ਗੂਗਲ ਕੀਤੀ, ਰੈਸਟ ਆਫ ਦੀ 50% 5 ਜਾਂ 6 ਐਸਓਪੀਆਂ ਲੈਤੀਆਂ ਉਹਨਾਂ ਬੱਚਿਆਂ ਦੀਆਂ ਐਸਓਪੀਆਂ ਜਿਨ੍ਹਾਂ ਦਾ ਵੀਜ਼ਾ ਆਲਰੇਡੀ ਅਪਰੂਵ ਹੋਇਆ, ਕਿਉਂਕਿ ਉਹਨਾਂ ਤੇ ਉਹਨਾਂ ਨੂੰ ਜ਼ਿਆਦਾ ਭਰੋਸਾ ਹੁੰਦਾ। 10-10 20% ਹਰ ਇੱਕ ਐਸਓਪੀ ਤੋਂ ਚੱਕ ਕੇ ਇੱਕ ਐਸਓਪੀ ਲਿਖਤੀ। ਹੁਣ ਐਸਓਪੀ ਬੱਚੇ ਨੇ ਇੱਕ ਬਹੁਤ ਹਾਈ ਲੈਵਲ ਦੀ ਲਿਖਤੀ, ਬੱਚੇ ਦਾ ਸਕੋਰ 6.5 ਹੈ, ਤਾਂ ਕਿਤੇ ਨਾ ਕਿਤੇ ਉੱਥੇ ਹੀ ਆਪਾਂ ਆਪਣੀ ਐਪਲੀਕੇਸ਼ਨ ਦੇ ਲਈ ਆਫਿਸਰ ਨੂੰ ਨੈਗੇਟਿਵ ਕਰ ਲੈਂਦੇ ਹਾਂ, ਕਿਉਂਕਿ ਤੁਹਾਡੇ ਲੈਂਗੁਏਜ ਦੇ ਅਕੋਰਡਿੰਗ ਹੀ ਤੁਹਾਡੀ ਜਿਹੜੀ ਐਸਓਪੀ ਉਹ ਲਿਖੀ ਹੋਣੀ ਚਾਹੀਦੀ ਹੈ। ਅਗਰ ਤੁਹਾਡਾ B2 ਲੈਵਲ ਆ, ਯਾਨੀ ਤੁਸੀਂ ਮੀਡੀਅਮ ਲੈਵਲ ਦੇ ਸਟੂਡੈਂਟ ਹੋ, ਤਾਂ ਤੁਹਾਡੀ ਐਸਓਪੀ ਵੀ ਮੀਡੀਅਮ ਲੈਵਲ ਦੀ ਹੀ ਹੋਣੀ ਚਾਹੀਦੀ ਹੈ। ਤੇ ਬੇਸਿਕਲੀ ਐਸਓਪੀ ਜਿੰਨੀ ਸਰਲ ਭਾਸ਼ਾ ਦੇ ਵਿੱਚ ਤੁਸੀਂ ਲਿਖ ਸਕੋ ਉਨਾ ਹੀ ਜ਼ਿਆਦਾ ਬੈਟਰ ਆ, ਕਿਉਂਕਿ ਉਹ ਕਿਸੇ ਨੇ ਤੁਹਾਡੀ ਲੈਂਗੁਏਜ ਨਹੀਂ ਚੈੱਕ ਕਰਨੀ, ਤੁਸੀਂ ਆਪਣੇ ਥਾਟਸ ਆਫਿਸਰ ਨੂੰ ਦੱਸਣੇ ਆ ਤੇ ਥਾਟਸ ਜਿੰਨੇ ਸਰਲ ਭਾਸ਼ਾ ਦੇ ਵਿੱਚ ਦੱਸੇ ਜਾਣ ਉਨਾ ਹੀ ਜ਼ਿਆਦਾ ਬੈਟਰ ਹੈ। ਵੈਸੇ ਵੀ ਤੁਸੀਂ ਕਿਸੇ ਬੰਦੇ ਨੂੰ ਆਪਣੇ ਮਨ ਦੀ ਗੱਲ ਦੱਸਣੀ ਆ, ਇੱਕ ਤਾਂ ਤੁਸੀਂ ਜਿੰਨਾ ਸਿੰਪਲ ਸੁਭਾਅ ਦੇ ਵਿੱਚ ਉਸ ਨੂੰ ਦੱਸੋਗੇ ਸਾਹਮਣੇ ਵਾਲੇ ਬੰਦੇ ਨੂੰ ਚੰਗੇ ਤਰੀਕੇ ਨਾਲ ਸਮਝ ਆਊ। ਤੇ ਜੇ ਤੁਸੀਂ ਆਪਣੇ ਗੱਲ ਦੱਸਣ ਦੇ ਲਈ ਬਹੁਤ ਸਾਰੀਆਂ ਘੁੰਮਣ ਘੇਰੀਆਂ ਪਾਈਆਂ, ਐਕਚੁਅਲ ਪਰਪਸ ਹੋਰ ਹੁੰਦਾ, ਬਟ ਇਰਰੈਲੇਵੈਂਟ ਮਟੀਰੀਅਲ ਤੁਸੀਂ ਪਾਈ ਗਏ ਤਾਂ ਕਿਤੇ ਨਾ ਕਿਤੇ ਸਾਹਮਣੇ ਵਾਲੇ ਬੰਦੇ ਦੇ ਲਈ ਤੁਹਾਡੀ ਗੱਲ ਸਮਝਣੀ ਮੁਸ਼ਕਿਲ ਹੋ ਜਾਂਦੀ ਹੈ। ਹੁਣ ਐਸਓਪੀ ਕਿਵੇਂ ਲਿਖੀਏ? ਹੁਣ ਕਈ ਬੱਚੇ ਪੁੱਛਦੇ ਆ ਵੀ ਐਸਓਪੀ ਕਿੱਡੀ ਹੋਣੀ ਚਾਹੀਦੀ ਹੈ, ਕਿੰਨੇ ਪੇजेस ਦੀ ਐਸਓਪੀ ਹੋਣੀ ਚਾਹੀਦੀ ਹੈ। ਹੁਣ ਇਹ ਬੱਚੇ ਦੇ ਉੱਪਰ ਹੈ। ਕਈ ਬੱਚੇ ਕੈਪੇਬਲ ਹੁੰਦੇ ਆ, ਉਹ ਇੱਕ ਪੇਜ ਦੇ ਵਿੱਚ ਵੀ ਆਪਣਾ ਸਾਰੇ ਦਾ ਸਾਰਾ ਪਰਪਸ ਸਾਹਮਣੇ ਵਾਲੇ ਬੰਦੇ ਨੂੰ ਕਲੀਅਰ ਕਰ ਦਿੰਦੇ ਆ, ਤੇ ਕਈ ਬੱਚੇ ਇਸ ਦੇ ਲਈ 10-10 11-11 ਪੇजेस ਜਿਹੜੇ ਹੈਗੇ ਆ ਉਹ ਲਗਾ ਦਿੰਦੇ ਆ। ਬਟ ਇਸ ਦੇ ਲਈ ਟ੍ਰੈਂਡ ਦੇਖਣਾ ਚਾਹੀਦਾ। ਅਗਰ ਤਾਂ ਸਟੱਡੀ ਵੀਜ਼ਾ ਦਾ ਡਿਸੀਜਨ ਜਲਦੀ ਆ ਰਹੇ ਆ, ਯਾਨੀ ਐਪਲੀਕੇਸ਼ਨ ਜਲਦੀ ਚੈੱਕ ਹੋ ਰਹੀ ਆ, ਤਾਂ ਜਿੰਨਾ ਹੋ ਸਕਦਾ ਐਸਓਪੀ ਨੂੰ ਲੈਂਥੀ ਨਾ ਕਰੋ। ਮੇਰਾ ਜਿਹੜਾ ਪਰਸਨਲ ਐਕਸਪੀਰੀਅੰਸ ਇਹੀ ਹੈਗਾ ਵੀ ਜਿੰਨੀ ਲੈਂਥੀ ਤੁਸੀਂ ਐਸਓਪੀ ਕਰੋਗੇ ਕਿਤੇ ਨਾ ਕਿਤੇ ਉਨੀ ਵੀਕ ਤੁਸੀਂ ਆਪਣੀ ਪ੍ਰੋਫਾਈਲ ਕਰ ਰਹੇ ਹੋ, ਕਿਉਂਕਿ ਇਰਰੈਲੇਵੈਂਟ ਮਟੀਰੀਅਲ ਜਾਂ ਇਰਰੈਲੇਵੈਂਟ ਇਨਫੋਰਮੇਸ਼ਨ ਕਦੇ ਵੀ ਤੁਹਾਡੇ ਸਟੇਟਮੈਂਟ ਆਫ ਪਰਪਸ ਦੇ ਵਿੱਚ ਨਹੀਂ ਹੋਣੀ ਚਾਹੀਦੀ। ਸਰਲ ਭਾਸ਼ਾ ਦੀ ਐਸਓਪੀ ਕਿਵੇਂ ਲਿਖ ਸਕਦੇ ਹਾਂ? ਸਭ ਤੋਂ ਪਹਿਲਾਂ ਤੁਸੀਂ ਆਪਣੀ ਇੰਟਰੋਡਕਸ਼ਨ ਦੇਣੀ ਹੈ। ਤੁਸੀਂ ਤੁਹਾਡਾ ਕੀ ਪ੍ਰੀਵੀਅਸ ਐਜੂਕੇਸ਼ਨ ਹੈ, 10th ਔਨਵਰਡ ਆਪਣੀ ਐਜੂਕੇਸ਼ਨ ਦੀ ਡਿਟੇਲ ਦੇਣੀ ਹੈ। ਇੱਥੇ ਇੱਕ ਗੱਲ ਦਾ ਧਿਆਨ ਰੱਖਣਾ, ਕਈ ਵਾਰ ਆਪਣੀ ਐਪਲੀਕੇਸ਼ਨ ਦੇ ਵਿੱਚ ਕੁਝ ਪਲੱਸ ਪੁਆਇੰਟ ਹੁੰਦੇ ਆ, ਜਿਵੇਂ ਕਿਸੇ ਫੋਰ ਐਗਜ਼ਾਮਪਲ ਮੈਥ ਦਾ ਸਕੋਰ ਆਪਣਾ ਬਹੁਤ ਚੰਗਾ, ਤਾਂ ਉਹੀ ਜਿਹੇ ਪੁਆਇੰਟ ਨੂੰ ਹਮੇਸ਼ਾ ਹਾਈਲਾਈਟ ਕੀਤਾ ਜਾਂਦਾ। ਤੇ ਕਈ ਵਾਰ ਕਿਸੇ ਸਬਜੈਕਟ ਦੇ ਵਿੱਚੋਂ ਆਪਣੀ ਲੋ ਪਰਫਾਰਮੈਂਸ ਹੁੰਦੀ ਆ ਤੇ ਉਹਦੇ ਬਾਰੇ ਜਿੰਨਾ ਹੋ ਸਕਦਾ ਘੱਟ ਇਨਫੋਰਮੇਸ਼ਨ ਦਿਓ। ਉਸ ਤੋਂ ਬਾਅਦ ਤੁਸੀਂ ਕੈਨੇਡਾ ਕਿਸ ਕਾਲਜ ਦੇ ਵਿੱਚ ਜਾ ਰਹੇ ਹੋ, ਕਿਸ ਸਿਟੀ ਦੇ ਵਿੱਚ ਜਾ ਰਹੇ ਹੋ, ਸਭ ਤੋਂ ਪਹਿਲਾਂ ਤਾਂ ਕਿਸ ਪ੍ਰੋਵਿੰਸ ਦੇ ਵਿੱਚ ਜਾ ਰਹੇ ਹੋ, ਕਿਸ ਸਿਟੀ ਦੇ ਵਿੱਚ ਜਾ ਰਹੇ ਹੋ, ਐਂਡ ਕਿਸ ਕਾਲਜ ਨੂੰ ਤੁਸੀਂ ਚੂਜ਼ ਕੀਤਾ। ਸਭ ਤੋਂ ਜ਼ਰੂਰੀ ਪ੍ਰੋਗਰਾਮ ਦੀ ਇਨਫੋਰਮੇਸ਼ਨ, ਜਿਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀਜ਼ਾ ਅਪਲਾਈ ਕੀਤਾ ਤੇ ਉਹ ਪ੍ਰੋਗਰਾਮ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਦੇ ਰੈਲੇਵੈਂਟ ਕਿਵੇਂ ਆ। ਕੀ ਉਹ ਤੁਹਾਡੀ ਐਜੂਕੇਸ਼ਨ ਦੇ ਰੈਲੇਵੈਂਟ ਆ, ਕੀ ਉਹ ਤੁਹਾਡੇ ਵਰਕ ਐਕਸਪੀਰੀਅੰਸ ਦੇ ਰੈਲੇਵੈਂਟ ਆ। ਸੋ ਉਸ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਜੋ ਐਕਸਪ੍ਰੈਸ ਕਰਨਾ। ਇਸ ਦਾ ਵੇ ਤੁਸੀਂ ਕੋਈ ਜੌਬ ਕੀਤੀ ਹੈ, ਜੌਬ ਤੋਂ ਬਾਅਦ ਤੁਸੀਂ ਆਪਣੇ ਜੌਬ ਦੇ ਰੈਲੇਵੈਂਟ ਪ੍ਰੋਗਰਾਮ ਲੈਤੇ ਆ, ਉਸ ਪ੍ਰੋਗਰਾਮ ਦੀ ਡਿਟੇਲ ਲਿਖੋ ਤੇ ਉਸ ਪ੍ਰੋਗਰਾਮ ਨੂੰ ਕੰਪਲੀਟ ਕਰਨ ਤੋਂ ਬਾਅਦ ਤੁਹਾਡੇ ਕੈਰੀਅਰ ਆਊਟਕਮਸ ਕੀ ਹੈਗੇ ਨੇ ਉਸ ਦੀ ਡਿਟੇਲ ਲਿਖੋ। ਜੀ ਮੈਂ ਪ੍ਰੈਜ਼ੈਂਟਲੀ ਇਸ ਪੋਜੀਸ਼ਨ ਦੇ ਉੱਪਰ ਇੱਥੇ ਕੰਮ ਕੀਤਾ, 4 ਤੋਂ 5 ਸਾਲ ਜੌਬ ਕਰਨ ਤੋਂ ਬਾਅਦ ਮੈਨੂੰ ਲੱਗਿਆ ਵੀ ਮੈਨੂੰ ਅਗਰ ਮੈਂ ਆਪਣੀ ਕੰਪਨੀ ਦੇ ਵਿੱਚ ਹਾਇਰ ਪੋਜੀਸ਼ਨ ਦੇ ਉੱਪਰ ਜਾਣਾ ਤਾਂ ਮੇਰੇ ਕੋਲ ਇੰਟਰਨੈਸ਼ਨਲ ਐਜੂਕੇਸ਼ਨ ਦਾ ਹੋਣਾ ਮਸਟ ਹੈ।
ਇਹ ਇੰਟਰਨੈਸ਼ਨਲ ਐਜੂਕੇਸ਼ਨ ਕਰਨ ਤੋਂ ਬਾਅਦ ਮੈਂ ਸੋ ਐਂਡ ਸੋ ਕੰਪਨੀ ਦੇ ਵਿੱਚ ਸੋ ਐਂਡ ਸੋ ਡੈਜਿਗਨੇਸ਼ਨ ਬਾਰੇ ਸੋਚ ਰਿਹਾ। ਸੋ ਉਸ ਤੋਂ ਬਾਅਦ ਜੋ ਉਸ ਟਾਈਮ ਦੇ ਵਿੱਚ ਆਪਸ਼ਨਸ ਅਵੇਲੇਬਲ ਹੋਣਗੀਆਂ ਮੈਂ ਉਹਨਾਂ ਆਪਸ਼ਨਸ ਦੇ ਵਿੱਚੋਂ ਇੱਕ ਚੂਜ਼ ਕਰੂੰਗਾ। ਅਗਰ ਇਨ ਕੈਨੇਡਾ ਮੈਨੂੰ ਕੰਮ ਕਰਨ ਦੀ ਪਰਮਿਸ਼ਨ ਦਿੱਤੀ ਜਾਂਦੀ ਹੈ, ਇਸ ਦੇ ਲਈ ਗਵਰਨਮੈਂਟ ਆਫ ਕੈਨੇਡਾ PGWP ਵੀ ਆਫਰ ਕਰਦੀ ਆ, ਤਾਂ ਮੈਂ ਕੈਨੇਡੀਅਨ ਸਟੱਡੀ ਦੇ ਨਾਲ ਨਾਲ ਕੈਨੇਡੀਅਨ ਵਰਕ ਐਕਸਪੀਰੀਅੰਸ ਲੈਣ ਦਾ ਵੀ ਇੱਛੁਕ ਹਾਂ। ਅਗਰ ਮੈਨੂੰ ਇਦਾਂ ਦੀ ਆਪਸ਼ਨ ਨਹੀਂ ਮਿਲਦੀ ਤਾਂ ਵਾਪਸ ਮੈਂ ਆਪਣੀ ਹੋਮ ਕੰਟਰੀ ਆ ਕੇ ਵੀ ਆਪਣੀ ਜਿਹੜੀ ਜੌਬ ਕਰ ਸਕਦਾ। ਉਸ ਤੋਂ ਬਾਅਦ ਉਹ ਪ੍ਰੋਗਰਾਮ ਤੁਹਾਡੀ ਪ੍ਰੀਵੀਅਸ ਕਿਸ ਸਬਜੈਕਟ ਦੇ ਰੈਲੇਵੈਂਟ ਹੈ, ਕਿਉਂਕਿ ਕਦੇ ਵੀ ਐਦਾਂ ਨਹੀਂ ਹੁੰਦਾ ਜਿਵੇਂ ਬਾਰ-ਬਾਰ ਕਹਿਣਾ ਵੀ ਬੱਚੇ ਨੇ ਨਾਨ ਮੈਡੀਕਲ ਕੀਤੀ ਹੈ ਤਾਂ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਦੇ ਵਿੱਚ ਹੀ ਬੱਚਾ ਜਾਊਗਾ। ਬੱਚੇ ਨੇ ਨਾਨ ਮੈਡੀਕਲ ਕੀਤਾ, ਬੱਚੇ ਨੇ ਪ੍ਰੋਗਰਾਮ ਲੈਤਾ ਕੰਪਿਊਟਰ ਸਿਸਟਮ ਟੈਕਨੀਸ਼ੀਅਨ, ਉਸ ਪ੍ਰੋਗਰਾਮ ਦੀ ਵੈਬਸਾਈਟ ਤੇ ਜਾਓ, ਉਸ ਦੇ ਲਈ ਰਿਕੁਆਇਰਡ ਸਬਜੈਕਟ ਦੇਖੋ। ਰਿਕੁਆਇਰਡ ਸਬਜੈਕਟ ਮੈਥ ਆ, ਅਗਰ ਤੁਹਾਡਾ ਮੈਥ ਦਾ ਸਕੋਰ ਚੰਗਾ ਤਾਂ ਉਸ ਦੀ ਜਿਹੜੀ ਡਿਟੇਲ ਐਪਲੀਕੇਸ਼ਨ ਦੇ ਵਿੱਚ ਜਾਓ। ਈਵਨ ਤੁਸੀਂ SOP ਦੇ ਵਿੱਚ ਐਡਮਿਸ਼ਨ ਰਿਕੁਆਇਰਮੈਂਟ ਦਾ ਸਕਰੀਨਸ਼ਾਟ ਲੈ ਕੇ ਵੀ ਨਾਲ ਲਗਾ ਸਕਦੇ ਹੋ, ਕੋਈ ਇਸ ਦੇ ਵਿੱਚ ਪ੍ਰੋਬਲਮ ਤੁਹਾਨੂੰ ਨਹੀਂ ਹੋਏਗੀ। ਬਟ ਜਿੰਨਾ ਹੋ ਸਕਦਾ ਆਪਣੀ ਰੈਲੇਵੈਂਸੀ ਤੁਸੀਂ ਸ਼ੋ ਕਰਨੀ ਹੈ। ਉਸ ਤੋਂ ਬਾਅਦ ਤੁਹਾਡੀ ਹੋਮ ਕੰਟਰੀ ਦੇ ਨਾਲ ਤੁਹਾਡੇ ਟਾਈਸ 50% SOP ਤੁਸੀਂ ਲਿਖੋਗੇ, ਤੁਹਾਡੀ ਇੰਟਰੋਡਕਸ਼ਨ ਐਂਡ ਤੁਹਾਡੇ ਕਿਸ ਕਾਲਜ ਕਿਸ ਪ੍ਰੋਗਰਾਮ ਦੇ ਵਿੱਚ ਜਾ ਰਹੇ ਹੋ ਤੇ ਉਹ ਪ੍ਰੋਗਰਾਮ ਤੁਹਾਡੀ ਕਿਵੇਂ ਤੁਹਾਡੇ ਰੈਲੇਵੈਂਟ ਹੈ। 50% SOP ਦੇ ਵਿੱਚ ਤੁਸੀਂ ਆਪਣੀ ਹੋਮ ਕੰਟਰੀ ਦੇ ਨਾਲ ਆਪਣੇ ਟਾਈਸ ਦੱਸੋਗੇ, ਕਿਉਂ ਤੁਸੀਂ ਵਾਪਸ ਆਪਣੀ ਹੋਮ ਕੰਟਰੀ ਆਓਗੇ, ਜਾਂ ਕੀ ਤੁਹਾਡਾ ਫਾਈਨੈਂਸ਼ੀਅਲ ਸਟੇਟਸ ਇੰਨਾ ਕੁ ਆਪਣੀ ਹੋਮ ਕੰਟਰੀ ਦੇ ਵਿੱਚ ਤੁਸੀਂ ਸੈੱਟ ਹੋ ਵੀ ਤੁਸੀਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਜਾ ਕੇ ਸਟੱਡੀ ਕਰ ਸਕੋ। ਹੁਣ ਹੋਮ ਕੰਟਰੀ ਦੇ ਨਾਲ ਟਾਈਸ ਸਟਰੋਂਗ ਕਰਨ ਦੇ ਲਈ ਦੋ ਚੀਜ਼ਾਂ ਜ਼ਰੂਰੀ ਹੁੰਦੀਆਂ। ਸਭ ਤੋਂ ਪਹਿਲਾਂ ਤੁਹਾਡੀ ਸੋਰਸ ਆਫ ਇਨਕਮ, ਤੁਹਾਡੇ ਪੇਰੈਂਟਸ ਕੀ ਕੰਮ ਕਰਦੇ ਆ, ਕਿੰਨੀ ਉਹਨਾਂ ਦੀ ਇਨਕਮ ਹੈ, ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਨਾਲ ਲਾਏ ਆ ਉਹ ਮੈਂਸ਼ਨ ਕਰੋ। ਉਸ ਤੋਂ ਬਾਅਦ ਕਿਉਂਕਿ ਕਈ ਵਾਰ ਨਾਨ STS ਐਪਲੀਕੇਸ਼ਨ ਹੁੰਦੀ, ਉਸ ਦੇ ਵਿੱਚ ਫੰਡਸ ਵਗੈਰਾ ਸ਼ੋ ਕਰਨੇ ਪੈਂਦੇ ਆ, ਕੀ ਤੁਹਾਡਾ ਫਾਈਨੈਂਸ਼ੀਅਲ ਸਟੇਟਸ ਹੈ। 1 ਸਾਲ ਦੀ ਫੀਸ ਪੇ ਕਰਨ ਤੋਂ ਬਾਅਦ, 1 ਸਾਲ ਦਾ GIC ਪੇ ਕਰਨ ਤੋਂ ਬਾਅਦ ਐਕਸਟਰਾ ਫੰਡਸ ਤੁਹਾਡੇ ਕੋਲ ਕਿੰਨੇ ਨੇ, ਤੇ ਜਦੋਂ ਵੀ ਫੰਡਸ ਨੂੰ ਤੁਸੀਂ ਐਕਸਪਲੇਨ ਕਰੋਗੇ ਉਸ ਦੇ ਵਿੱਚ 1 ਸਾਲ ਦੀ ਫੀਸ ਤੇ 1 ਸਾਲ ਦੀ GIC ਜ਼ਰੂਰ ਮੈਂਸ਼ਨ ਕਰਨਾ ਚਾਹੀਦਾ। ਸੋ ਤੁਹਾਡੀ ਹੋਮ ਕੰਟਰੀ ਦੇ ਨਾਲ ਤੁਹਾਡੇ ਟਾਈਸ ਜਿੰਨੇ ਜ਼ਿਆਦਾ ਤੁਸੀਂ ਸਟਰੋਂਗ ਕਰ ਸਕਦੇ ਹੋ, ਉਨਾ ਜ਼ਿਆਦਾ ਤੁਹਾਡੇ ਵਾਪਸ ਆਉਣ ਦੇ ਰੀਜ਼ਨ ਜਿਹੜੇ ਉਹ ਜ਼ਿਆਦਾ ਬਣਦੇ ਆ। ਉਸ ਤੋਂ ਬਾਅਦ ਤੁਸੀਂ ਕਿਸ ਪ੍ਰੋਗਰਾਮ ਦੇ ਵਿੱਚ ਐਲੀਜੀਬਲ ਹੋ, ਤੁਸੀਂ STS ਪ੍ਰੋਗਰਾਮ ਦੇ ਵਿੱਚ ਐਲੀਜੀਬਲ ਹੋ, STS ਦੀਆਂ ਸੋ ਐਂਡ ਸੋ ਰਿਕੁਆਇਰਮੈਂਟਾਂ ਤੇ ਸਾਰੀਆਂ ਦੀਆਂ ਸਾਰੀਆਂ ਰਿਕੁਆਇਰਮੈਂਟ ਅਸੀਂ ਫਿਲਫਿਲ ਕਰਦੇ ਆ। ਠੀਕ ਹੈ, ਤੁਸੀਂ ਨਾਨ STS ਦੇ ਵਿੱਚ ਐਲੀਜੀਬਲ ਹੋ ਤਾਂ ਤੁਸੀਂ ਨਾਨ STS ਦੀ ਜਿਹੜੀ ਰਿਕੁਆਇਰਮੈਂਟ ਦੱਸ ਸਕਦੇ ਹੋ, ਸੋ ਐਂਡ ਸੋ ਰਿਕੁਆਇਰਮੈਂਟ ਅਸੀਂ ਕੰਪਲੀਟ ਕਰਦੇ ਹਾਂ। ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਜੋ ਡਾਕੂਮੈਂਟ ਤੁਸੀਂ ਆਪਣੀ ਐਪਲੀਕੇਸ਼ਨ ਦੇ ਵਿੱਚ ਲਗਾਏ ਆ ਉਸ ਦਾ ਇੱਕ ਇੰਡੈਕਸ ਵੀ ਤੁਸੀਂ SOP ਦੇ ਵਿੱਚ ਲਗਾ ਸਕਦੇ ਹੋ। SOP ਦੇ ਐਂਡ ਦੇ ਉੱਪਰ ਤੁਸੀਂ ਮੈਂਸ਼ਨ ਕਰ ਸਕਦੇ ਹੋ ਵੀ ਇਹ ਡਾਕੂਮੈਂਟ ਅਸੀਂ ਸਟੱਡੀ ਵੀਜ਼ਾ ਐਪਲੀਕੇਸ਼ਨ ਦੇ ਵਿੱਚ ਲਗਾਏ ਆ। ਕਈ ਵਾਰ ਬਹੁਤ ਸਾਰੇ ਬੱਚੇ ਬੈਚਲਰ ਤੇ ਮਾਸਟਰ ਤੋਂ ਬਾਅਦ ਜਾਂਦੇ ਤੇ ਅੱਗੇ PGWP ਦਾ ਪ੍ਰੋਗਰਾਮ ਚੂਜ਼ ਕਰਦੇ ਆ। ਉਹ ਪ੍ਰੋਗਰਾਮ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ ਦੇ ਰੈਲੇਵੈਂਟ ਕਿਵੇਂ ਆ, ਬਹੁਤ ਸਾਰੇ ਪ੍ਰੋਗਰਾਮ ਦੇ ਵਿੱਚ ਹੁੰਦਾ ਸਬਜੈਕਟ ਜਿਹੜੇ ਮੈਚ ਕਰਦੇ ਆ। ਤੁਸੀਂ BTech ਇਨ ਇਲੈਕਟ੍ਰੋਨਿਕਸ ਦੇ ਵਿੱਚ ਕੀਤੀ ਹੈ ਤੇ ਉਸ ਤੋਂ ਬਾਅਦ ਤੁਸੀਂ ਐਮਬੈਡਡ ਸਿਸਟਮ ਦੇ ਲਈ ਅਪਲਾਈ ਕਰ ਰਹੇ ਹੋ ਤਾਂ ਬਹੁਤ ਸਾਰੇ ਸਬਜੈਕਟ ਤੁਹਾਡੇ ਮੈਚ ਕਰਨਗੇ। ਤੁਸੀਂ ਉਹ ਮੈਂਸ਼ਨ ਕਰ ਸਕਦੇ ਹੋ ਕਿ ਅਸੀਂ ਪ੍ਰੀਵੀਅਸ ਐਜੂਕੇਸ਼ਨ ਦੇ ਵਿੱਚ ਸੋ ਐਂਡ ਸੋ ਸਬਜੈਕਟ ਕੀਤੇ ਹੈ ਤੇ ਉਸ ਦੇ ਰੈਲੇਵੈਂਟ ਹੀ ਅਸੀਂ ਅੱਗੇ ਪ੍ਰੋਗਰਾਮ ਲੈ ਰਹੇ ਹਾਂ ਤੇ ਸੋ ਐਂਡ ਸੋ ਸਬਜੈਕਟ ਅਸੀਂ ਅੱਗੇ ਜਾ ਕੇ ਪੜ੍ਹਨੇ। ਸੋ ਜਿੰਨਾ ਹੋ ਸਕਦਾ ਇਸ ਨੂੰ ਜਿਹੜਾ ਕਿਸੇ ਤੋਂ ਕਦੇ ਵੀ SOP ਕਦੇ ਕਿਸੇ ਤੋਂ ਕਾਪੀ ਨਹੀਂ ਕਰਨੀ ਚਾਹੀਦੀ। ਜਿੰਨੀ ਹੋ ਸਕਦੀ ਹੈ ਸਿੰਪਲ ਤੇ ਸਰਲ ਭਾਸ਼ਾ ਦੇ ਵਿੱਚ SOP ਲਿਖੋ ਤੇ ਥੋੜੀ ਬਹੁਤ ਰਿਸਰਚ ਕਰਕੇ ਲਿਖੋ। ਤੁਹਾਨੂੰ ਪਤਾ ਹੋਵੇ ਤੁਹਾਡੇ ਪ੍ਰੋਗਰਾਮ ਦੀ ਰੈਲੇਵੈਂਸੀ ਬਾਰੇ, ਤੁਹਾਨੂੰ ਪਤਾ ਹੋਵੇ ਤੁਸੀਂ ਅੱਗੇ ਜਾ ਕੇ ਸਟੱਡੀ ਕਿਵੇਂ ਕਰਨੀ ਹੈ, ਤੁਹਾਨੂੰ ਪਤਾ ਹੋਵੇ ਤੁਸੀਂ ਕਿਸ ਪ੍ਰੋਗਰਾਮ ਦੇ ਵਿੱਚ ਐਲੀਜੀਬਲ ਹੋ, ਤੁਸੀਂ STS ਹੋ ਤੁਸੀਂ ਨਾਨ STS, ਉਸ ਪ੍ਰੋਗਰਾਮ ਦੀ ਰਿਕੁਆਇਰਮੈਂਟ ਕੀ ਹੈ, ਤੁਹਾਡਾ ਫਾਈਨੈਂਸ਼ੀਅਲ ਸਟੇਟਸ ਕੀ ਹੈ। ਸੋ ਇਹ ਸਾਰੇ ਪੁਆਇੰਟਸ ਐਪਲੀਕੇਸ਼ਨ ਦੇ ਵਿੱਚ ਇੱਕ SOP ਦੇ ਵਿੱਚ ਚੰਗੀ SOP ਦੇ ਵਿੱਚ ਪਾ ਕੇ ਅਗਰ ਤੁਸੀਂ 1.5 ਤੋਂ 2 ਪੇਜ ਦੇ ਵਿੱਚ ਵੀ ਇਸ ਨੂੰ ਕੰਪਲੀਟ ਕਰ ਦਿੰਦੇ ਹੋ ਤਾਂ ਤੁਹਾਡੀ SOP ਕਿਤੇ ਨਾ ਕਿਤੇ ਬਹੁਤ ਇੱਕ ਸਹੀ ਤਰੀਕੇ ਦੇ ਨਾਲ ਲਿਖੀ ਜਾਊਗੀ ਤੇ ਉਹ ਤੁਹਾਨੂੰ ਵੀਜ਼ਾ ਹਾਸਲ ਕਰਨ ਦੇ ਲਈ ਜਾਂ ਤੁਹਾਡਾ ਐਕਚੁਅਲ ਥਾਟ ਤੁਹਾਡਾ ਕੀ ਹੈ, ਤੁਹਾਡੇ ਥਾਟਸ ਕੀ ਨੇ ਉਹ ਆਫੀਸਰ ਨੂੰ ਦੱਸਣ ਦੇ ਵਿੱਚ ਤੁਹਾਡੀ ਹੈਲਪ ਕਰੂਗੀ। ਧੰਨਵਾਦ।